Good morning, students. Today we are going to start lesson number 11, My Dear Soldiers. This lesson is a poem which is written by Dr. APJ Abdul Kalam. So ਇਸ ਦੇ ਨੇਮ ਤੋਂ ਹੀ ਸ਼ੋ ਹੋ ਰਿਹਾ ਹੈ ਕਿ ਇਹ ਐਡਰੈਸ ਕਿਸ ਨੂੰ ਕੀਤੀ ਗਈ ਹੈ ਪੋਇਮ ਸੋਲਜਰਸ ਨੂੰ। ਸੋ ਫਰਸਟਲੀ ਬਿਫੋਰ ਰੀਡਿੰਗ ਦਿਸ ਪੋਇਮ we will do the word meaning of this poem. First one is defenders. Defenders means रखवाले, रखिया करने वाले। बॉर्डर की हुंदा है सरहद। डीड काम या कारज। विंडी हवादार तूफानी। स्क्रॉचिंग तिखी बहुत ज़्यादा गर्म हवा झुलसा देने वाली जिन्हों कहते। स्वेल्टरिंग तपदी बहुत ज़्यादा गर्म। ट्रेडिंग तय करना। मार्शस दलदली भूमियाँ। सर्वेलियंस निगरानी। वाइब्रेट कंपन पैदा करना या हिलना। चाइम चनकार। गार्डिंग निगरानी करते हुए। स्ट्राइडिंग छाल मारते हुए। प्राइम ऑफ यूथ परजन। So student, you have to write down meaning of words in your fair notebook. So let's start poem. My dear soldiers, O defenders of border, you are great sons of my land. When we are all asleep, you still hold on to your deed. ਤਾਂ ਇਹਦੇ ਵਿੱਚ ਜਿਹੜੇ ਇੱਕ ਪੈਟਰੋਟਿਕ ਪੋਇਮ ਹੈ, ਦੇਸ਼ ਭਗਤੀ ਵਾਲੀ ਪੋਇਮ ਹੈ, ਜਿਸ ਨੂੰ ਐਡਰੈਸ ਕੀਤਾ ਗਿਆ, ਜਿਸ ਵਿੱਚ ਸੋਲਜਰਸ ਨੂੰ ਡਾਕਟਰ APJ ਅਬਦੁਲ ਕਲਾਮ ਨੇ ਕਿ ਉਹ ਡਿਫੈਂਡਰਸ ਆਫ ਬਾਰਡਰਸ ਕੀ ਕਿਹਾ ਗਿਆ ਗਾ, ਸੋਲਜਰਸ ਨੂੰ ਕਿਹਾ ਗਿਆ ਡਿਫੈਂਡਰਸ ਆਫ ਬਾਰਡਰਸ, ਸਰਹੱਦਾਂ ਦੇ ਰਖਵਾਲੇ। ਯੂ ਆਰ ਗ੍ਰੇਟ ਸਨਸ ਆਫ ਮਾਈ ਲੈਂਡ, ਤੁਸੀਂ ਜਿਹੜੀ ਮੇਰੀ ਲੈਂਡ ਹੈਗੀ ਹੈ, ਮੇਰੀ ਧਰਤੀ ਹੈਗੀ ਉਸ ਦੇ ਗ੍ਰੇਟ ਸਨਸ ਹੋ। ਵੈਨ ਵੀ ਆਰ ਆਲ ਅਸਲੀਪ, ਜਦੋਂ ਅਸੀਂ ਸਾਰੇ ਕੀ ਹੈ ਸੁੱਤੇ ਹੋਏ ਹੁੰਦੇ ਹਾਂ। ਯੂ ਸਟਿਲ ਹੋਲਡ ਔਨ ਟੂ ਯੂਰ ਡੀਟ, ਤਾਂ ਤੁਸੀਂ ਕੀ ਆ ਉਸ ਸਮੇਂ ਵੀ ਆਪਣੀ ਜਿਹੜੀ ਡਿਊਟੀ ਹੈਗੀ ਉਹ ਕਰਦੇ ਹੋ। ਵਿੰਡੀ ਸੀਜ਼ਨਸ ਔਰ ਸਨੋਈ ਡੇਜ਼ ਔਰ ਸਕਰੋਚਿੰਗ ਸਨਸ sweltering rays, you are there guiding all the time awake, treading the lonely expanses as yogis. The windy season or snowy days, ਜਦੋਂ ਕੀ ਹੈ ਵਿੰਡੀ ਸੀਜ਼ਨ ਚੱਲ ਰਿਹਾ ਹੁੰਦਾ ਹੈਗਾ, ਹਵਾਦਾਰ ਤੂਫਾਨੀ ਸੀਜ਼ਨ ਹੁੰਦਾ ਹੈ ਜਾਂ ਸਨੋਈ ਡੇਜ਼ ਹੁੰਦੇ ਨੇ, ਔਰ ਸਕਰੋਚਿੰਗ ਸਨ ਸਵੈਲਟਰਿੰਗ ਰੇਜ਼, ਜਾਂ ਕੀ ਹੈਗੀਆਂ ਬਹੁਤ ਜ਼ਿਆਦਾ ਗਰਮ ਸੂਰਜ ਦੀਆਂ ਕਿਰਨਾਂ ਹੁੰਦੀਆਂ ਜਿਹੜੀਆਂ ਝੁਲਸਾ ਦੇਣ ਵਾਲੀਆਂ ਹੁੰਦੀਆਂ, ਉਸ ਮੌਸਮ ਵਿੱਚ ਵੀ ਯੂ ਆਰ ਦੇਅਰ ਗਾਈਡਿੰਗ ਆਲ ਦ ਟਾਈਮ ਅਵੇਕ, ਉਸ ਟਾਈਮ 'ਤੇ ਵੀ ਤੁਸੀਂ ਜਿਹੜੇ ਜਾਗਦੇ ਹੋਏ ਆਪਣਾ ਜਿਹੜਾ ਫਰਜ਼ ਨਿਭਾਉਂਦੇ ਹੋ ਹਰ ਇੱਕ ਮੌਸਮ ਦੇ ਵਿੱਚ। ਟ੍ਰੇਡਿੰਗ ਦ ਲੋਨਲੀ ਐਕਸਪੈਂਸਿਸ ਐਜ਼ ਯੋਗੀਜ਼, ਤਾਂ ਜਿਹੜਾ ਹੈਗਾ ਤੁਸੀਂ ਜਾਗਦੇ ਰਹਿੰਦੇ ਹੋ ਡੇ ਐਂਡ ਨਾਈਟ, ਆਪਣਾ ਜਿਹੜਾ ਰਸਤਾ ਹੈਗਾ ਉਸ ਨੂੰ ਤੈਅ ਕਰਦੇ ਹੋਏ। ਹੁਣ ਉਹ ਕਿਹੜਾ ਰਸਤਾ ਤੈਅ ਕਰਦੇ ਨੇ? climbing the heights or striding the valleys, defending the desert, guiding the marshes, surveillance in the seas, and by securing the air, prime of your youth given to the nation. ਤਾਂ ਇਸ ਦੇ ਵਿੱਚ ਪੋਇਟ ਜਿਹੜਾ ਹੈਗਾ ਉਹ ਕੀ ਕਹਿ ਰਹੇ ਨੇ ਕਿ ਕਲਿੰਬਿੰਗ ਦਾ ਹਾਈਟਸ, ਜਿਹੜੀਆਂ ਹੈਗੀਆਂ ਪਹਾੜੀਆਂ 'ਤੇ ਚੜ੍ਹਨਾ, ਠੀਕ ਹੈ। ਸਟਰਾਈਡਿੰਗ ਦਾ ਵੈਲੀਜ਼ ਦੀ ਜਿਹੜੀ ਹੈਗੀ ਉਹਨਾਂ ਦੀ ਛਾਲਾਂ ਮਾਰਨਾ ਉਹਨਾਂ ਦੇ ਵਿੱਚ। ਡਿਫੈਂਡਿੰਗ ਦਾ ਡੈਜ਼ਰਟ, ਗਾਈਡਿੰਗ ਦਾ ਮਾਰਸ਼ਸ, ਜਿਹੜੇ ਡੈਜ਼ਰਟ ਨੇ ਮਾਰੂਥਲ ਨੇ ਉਹਨਾਂ ਦੀ ਰੱਖਿਆ ਕਰਨਾ। ਮਾਰਸ਼ਸ ਦਲਦਲੀਆਂ ਭੂਮੀਆਂ ਦੀ ਨਿਗਰਾਨੀ ਕਰਨਾ। ਸਰਵੇਲੀਅੰਸ ਐਂਡ ਸੀਜ਼, ਜਿਹੜੇ ਸੀਜ਼ ਨੇ ਉਹਨਾਂ ਦੀ ਰਾਖੀ ਕਰਨਾ, ਠੀਕ ਹੈ, ਉਹਨਾਂ ਨੂੰ ਨਿਗਰਾਨੀ ਕਰਨਾ ਉਹਨਾਂ ਦੇ ਵਿੱਚ। ਐਂਡ ਬਾਏ ਸਿਕਿਉਰਿੰਗ ਦਾ ਏਅਰ, ਅਤੇ ਹਵਾ ਦੇ ਵਿੱਚ ਵੀ ਕੀ ਹੈਗਾ ਏਅਰ ਫੋਰਸ ਦੀ ਇੱਥੇ ਗੱਲ ਕੀਤੀ ਗਈ, ਉਸ ਦੇ ਵਿੱਚ ਵੀ ਤੁਸੀਂ ਕੀ ਹੈਗੇ ਰਾਖੀ ਕਰਦੇ ਹੋ, ਸਿਕਿਉਰ ਕਰਦੇ ਹੋ ਜਿਹੜਾ ਨੇਸ਼ਨ ਨੂੰ। ਪ੍ਰਾਈਮ ਆਫ ਯੂਰ ਯੂਥ ਗਿਵਨ ਟੂ ਦਾ ਨੇਸ਼ਨ, ਅਤੇ ਤੁਸੀਂ ਕੀ ਹੈਗੀ ਜਿਹੜੀ ਪਰ ਜਵਾਨੀ ਹੈਗੀ ਆਪਣੇ ਦੇਸ਼ ਦੇ ਲਈ ਆਪਣੀ ਜਾਨ ਦਿੰਦੇ ਹੋ।
ਵਿੰਡ ਚਾਈਮਸ ਆਫ ਮਾਈ ਲੈਂਡ ਵਾਈਬ੍ਰੇਟ ਯੂਅਰ ਫੀਟ। ਜਿਹੜੀ ਹੈਗੀ ਹਵਾ ਵੀ ਹੈਗੀ ਹੈ ਮੇਰੇ ਦੇਸ਼ ਦੀ, ਉਹ ਵੀ ਜਿਹੜੀ ਤੁਹਾਡੀ ਉਹ ਇੰਸਟਰੂਮੈਂਟਲ ਹੈਗੀ, ਮਿਊਜ਼ਿਕ ਦਿੰਦੀ ਹੈਗੀ ਝਨਕਾਰ ਦਿੰਦੀ ਹੈਗੀ ਹੈ ਤੁਹਾਡੇ ਜਿਹੜੇ ਫੀਟਸ ਨੂੰ। ਵੀ ਪ੍ਰੇ ਫॉर ਯੂ ਬ੍ਰੇਵ ਮੈਨ। ਅਸੀਂ ਤਾਂ ਜਿਹੜੇ ਬ੍ਰੇਵ ਮੈਨ, ਤੁਸੀਂ ਜਿਹੜੇ ਬਹਾਦਰ ਲੋਕ ਹੋ, ਉਹਨਾਂ ਦੇ ਲਈ ਪ੍ਰੇ ਕਰਦੇ ਹਾਂ, ਗੋਡ ਨੂੰ ਪ੍ਰੇ ਕਰਦੇ ਹਾਂ। ਮੇ ਦਾ ਲਾਰਡ ਬਲੈਸ ਯੂ ਆਲ, ਕਿ ਪਰਮਾਤਮਾ ਤੁਹਾਨੂੰ, ਤੁਸੀਂ ਸਾਰੇ ਕੀ ਹੋ, ਪਰਮਾਤਮਾ ਦੇ ਆਸ਼ੀਰਵਾਦ ਦੇ ਪਾਤਰ ਹੋ, ਪਰਮਾਤਮਾ ਤੁਹਾਨੂੰ ਬਲੈਸ ਕਰੇ। ਐਂਡ ਜਿਹੜੇ ਤੁਸੀਂ ਹੋ, ਹਰ ਜਿਹੜਾ ਇੰਡੀਅਨ ਸੋਲਜਰਸ ਦੇ ਲਈ ਜਿਹੜੀ ਹੈਗੀ ਆ ਪ੍ਰਾਰਥਨਾ ਕਰਦੇ ਹਾਂ ਅਸੀਂ। ਸੋ ਇਸ ਦੇ ਵਿੱਚ ਕੀ ਹੈਗਾ, ਪੋਇਟ ਕੀ ਕਹਿ ਰਿਹਾ ਹੈਗਾ, ਉਹ ਜਿਹੜੇ ਸੋਲਜਰਸ ਦੀ ਗਲੋਰੀ ਨੂੰ, ਉਹਨਾਂ ਦੀ ਸ਼ਾਨ ਨੂੰ ਜਿਹੜਾ ਹੈਗਾ ਸਿੰਗ ਕਰ ਰਿਹਾ ਹੈਗਾ। ਉਹ ਕੀ ਕਹਿ ਰਿਹਾ ਕਿ ਉਹ ਜਿਹੜੇ ਟਰੂ ਪੈਟਰੀਓਟਸ ਹੁੰਦੇ ਨੇ, ਜਿਹੜੇ ਕੀ ਹੈ ਆਪਣੀ ਕੰਟਰੀ ਦੇ ਲਈ ਆਪਣੀਆਂ ਲਾਈਵਸ ਨੂੰ ਸੈਕਰੀਫਾਈਸ ਕਰਦੇ ਨੇ, ਠੀਕ ਹੈ। ਉਹ ਬਾਉਂਡਰੀਜ਼ ਨੂੰ ਡੇ ਐਂਡ ਨਾਈਟ ਬਾਉਂਡਰੀਜ਼ ਨੂੰ ਗਾਰਡ ਕਰਦੇ ਰਹਿੰਦੇ ਨੇ, ਚਾਹੇ ਕੋਈ ਵੀ ਸੀਜ਼ਨ ਹੋਵੇ, ਉਹ ਉਹਨਾਂ ਦੀ ਕੀ ਹੈ ਉਸ ਦੇ ਵਿੱਚ ਗਾਰਡ ਕਰਦੇ ਨੇ। ਅਤੇ ਜਿਹੜੇ ਲੈਟ ਅਸ ਪ੍ਰੇ ਫॉर देयर ऑनर ਐਂਡ ਗਲੋਰੀ, ਅਤੇ ਉਹਨਾਂ ਦੀ ਸ਼ਾਨ ਦੇ ਲਈ ਅਸੀਂ ਕੀ ਹੈਗਾ ਪ੍ਰੇ ਕਰੀਏ, ਉਹਨਾਂ ਦੇ ਸਨਮਾਨ ਦੇ ਲਈ। ਨੈਕਸਟ ਸਟੂਡੈਂਟਸ ਐਕਟੀਵਿਟੀ 2, ਰਾਈਟ ਸਿਨੋਨੀਅਮਸ ਆਫ ਦ ਫੋਲੋਇੰਗ ਵਰਡਸ। ਜਿਹੜੇ ਵਰਡਸ ਨੇ ਉਹਨਾਂ ਦੇ ਸਿਨੋਨੀਅਮ ਲਿਖਣੇ ਨੇ। ਵੈਰੀ ਹੌਟ ਦਾ ਕੀ ਆ ਗਿਆ ਸੀਗਾ, ਸਕ੍ਰੋਚਿੰਗ। प्रोटेक्ट करना की हो गया, डिफेंड करना। सो ये की सी सिमिलर वर्ड्स सी जेडे वो राइट करने सी। नैक्सट है रीड द फॉलोइंग पेयर ऑफ वर्ड्स केयरफुली। जेडे पेयर ऑफ वर्ड्स ने ठीक है उन्होंने केयरफुली रीड करना है। ग्रेट सन्स, विंडी सीजन, स्नोई डेज, स्क्रॉचिंग सन। ऑल द हाईलाइटेड वर्ड्स आर एडजैक्टिव। जेडे वर्ड्स हाईलाइट किए हुए हैं वो एडजैक्टिव ने, उन्होंने विशेषता दस रहे हैं। एंड द पार्टनर वर्ड्स आर नाउन। तो जोड़े उन्होंने पार्टनर वर्ड्स ने वो कि ने नाउन ने। समटाइम एडजैक्टिव कैन बी चेंज टू नाउन। कई बार की होंगे एडजैक्टिव है जोड़े नाउन दे विच चेंज हो जाते हैं। फॉर एग्जाम्पल ब्यूटीफुल एंड इज़ एन एडजैक्टिव। एग्जाम्पल के लिए देखो जो ब्यूटीफुल वर्ड है वो एक एडजैक्टिव है, विशेषण है। द नाउन फ्रॉम द एडजैक्टिव ब्यूटीफुल इज़ ब्यूटी। तो जोड़ा नाउन है एडजैक्टिव द ब्यूटीफुल का वो की है ब्यूटी है। सो नैक्सट एक्टिविटी 3, रीड द एडजैक्टिव्स इन द फॉलोइंग टेबल। जिहड़े टेबल दे विच एडजैक्टिव दिते हुए ने एंड राइट देयर नाउन्स इन द गिवन स्पेस। तो इस दे जिहड़े नाउन्स ने गे वो आपां स्पेस दे विच राइट करने। फर्स्ट है स्ट्रोंग। स्ट्रोंग दा नाउन की लिखांगे आपां विंड, अकॉर्डिंग टू द चैप्टर कर रहे हैं। एक्टिव, मैंबर्स, रिच, पीपल, वाइज, मैन, लॉयल, सोल्जर्स, केयरफुल, स्टूडेंट, काइंड, पर्सन, हैप्पी, लैड, लैड की होंदा लड़का, गुड, फ्रेंड, फेथफुल, डॉग। सो नेक्स्ट एक्टिविटी 4, रीड द स्टैंजा एंड आंसर द क्वेश्चंस दैट फॉलो। जोड़े स्टैंजा रीड करना तो अगे जोड़े इन्हों के क्वेश्चंस के आंसर देने हैं। ओ डिफेंडर्स ऑफ बॉर्डर्स, यू आर ग्रेट सन्स ऑफ माई लैंड, व्हेन वी आर ऑल स्लीप you still hold on to your deed. Windy season or snowy days or scorching sun sweltering rays, you are there guiding all the time awake, trading the lonely expenses as you kiss. So first question की है दा, name the poet of the poem my dear soldiers। the poet दा की name हैगा गा
The poet of this poem is Dr. APJ Abdul Kalam. ठीक है, डॉक्टर APJ अब्दुल कलाम. Who are being referred to as defenders of borders. ਤਾਂ ਇਸ ਜਿਹੜਾ ਸਟੈਂਚੇ ਦੇ ਵਿੱਚ डिफेंडर्स ऑफ बॉर्डर किहनूं किहा गया गा? इंडियन सोल्जर्स. किसनूं रैफर किया गया डिफेंडर्स ऑफ बॉर्डर्स? इंडियन सोल्जर्स आर बीइंग रेफर्ड टू as defenders of soldiers, defenders of borders. Next है third question, how do these great sons serve their motherland. ਜਿਹੜੇ great sons ने वो अपनी motherland ਨੂੰ ਕਿਵੇਂ serve ਕਰਦੇ ਨੇ, ਕਿਵੇਂ ਉਸ ਦੀ ਸੇਵਾ ਕਰਦੇ ਨੇ? They guard the borders of their motherland day and night. नेक्स्ट क्वेश्चन है व्हाट काइंड ऑफ वैदर कंडीशनस डू द सोल्जर हैव टू फेस. ਕਿਹੜੀਆਂ ਕਿਹੜੀਆਂ ਜਿਹੜੀਆਂ ਵੈਦਰ ਕੰਡੀਸ਼ਨ ਨੇ, ਮੌਸਮੀ ਦਿਸ਼ਾਵਾਂ ਨੇ ਜਿਹੜੀਆਂ ਹੈਗੀਆਂ ਫੇਸ ਕਰਨੀਆਂ ਪੈਂਦੀਆਂ, ਜਿਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਸੋਲਜਰਸ ਨੂੰ. ਦੇ ਫੇਸ windy and snowy weathers. नेक्स्ट बी है जोड़ा स्टैंजा climbing the heights or studying the valleys, defending the desert, guarding the marshes, surveillance in seas by securing the air, prime of their youth given to the nation. Wind chimes of my land vibrate your feet. We pray for you, brave men. May the Lord bless you all. फर्स्ट क्वेश्चन है whom has the poem been addressed to. ਜਿਹੜੀ ਇਹ पोइम हैगी है किनू एड्रैस की गई है, किनू संबोधित की गई है? द पोइम हैज़ बीन addressed to the Indian soldiers. नेक्स्ट क्वेश्चन है what do these great sons sacrifice for their nation. कि ਜਿਹੜੇ brave sons ने, ठीक है, great sons ने, वो अपने ਜਿਹੜਾ नेशन ਦੇ ਲਈ, राष्ट्र ਦੇ ਲਈ ਕੀ त्याग ਕਰਦੇ ਨੇ? they sacrifice their lives and their youth for the nation. ਜਿਹੜਾ ਉਹ ਆਪਣੀਆਂ ਲਾਈਵਸ, ਆਪਣੀਆਂ ਜਾਨਾਂ ਤੇ अपना जोड़ा यूथ है अपनी जवानी वो नेशन के लिए सैक्रीफाइस करते हैं. वट इज़ द इंटेंशन ऑफ द पोइट का जोड़ा इंटेंशन जोड़ा है, इरादा की हैगा? द पोइट विशेस टू ट्रिब्यूट to our brave soldiers.
ਜਿਹੜਾ ਪੋਇਟ ਹੈਗਾ ਗਾ ਜਿਹੜੇ ਬ੍ਰੇਵ ਸੋਲਜਰਸ ਨੂੰ ਜਿਹੜੀ ਆਪਣੀ ਟ੍ਰਿਬਿਊਟ ਹੈਗੀ ਸ਼ਰਧਾਂਜਲੀ ਦੇਣਾ ਚਾਹੁੰਦਾ ਹੈ। ਹੀ ਆਲਸੋ wishes that they should enjoy God's blessing। ਤੇ ਉਹ ਕੀ ਚਾਹੁੰਦਾ ਹੈਗਾ ਕਿ ਉਹ ਜਿਹੜੇ ਪਰਮਾਤਮਾ ਦੀਆਂ ਬਲੈਸਿੰਗਸ ਨੇ, ਆਸ਼ੀਰਵਾਦ ਹੈ, ਉਸ ਨੂੰ ਵੀ ਇੰਜੋਏ ਕਰ। ਨੈਕਸਟ ਕੁਐਸਚਨ ਹੈ ਐਕਸਪਲੇਨ ਵੈਨ ਚਾਈਮਸ ਆਫ ਮਾਈ ਲੈਂਡ ਵਾਈਬਰੇਟ ਯੂਅਰ ਫੀਟ। ਕਿ ਜਿਹੜੇ ਮੇਰੇ ਦੇਸ਼ ਦੀ ਪੌਣ ਹੈਗੀ ਆ, ਹਵਾ ਹੈਗੀ ਆ, ਉਸ ਦੀ ਜਿਹੜੀ ਝਨਕਾਰ ਹੈ, ਉਸ ਦੀ ਵਾਈਬ੍ਰੇਸ਼ਨ ਹੈ, ਚਾਈਮਸ ਨੇ ਉਸ ਦੀਆਂ ਝਨਕਾਰ ਹੈ ਤੁਹਾਡੇ ਕਦਮਾਂ ਵਿੱਚ ਸੁਣਾਈ ਦਿੰਦੀ ਹੈ। ਮੀਨਸ ਜਿਹੜੀ ਮੇਰੇ ਦੇਸ਼ ਦੀ ਜਿਹੜੀ ਵਿੰਡ ਵੀ ਹੈਗੀ ਉਹ ਵੀ ਤੁਹਾਡੇ ਕੀ ਹੈਗੀ ਚਰਨਾਂ ਦੇ ਵਿੱਚ ਹੈਗੀ ਤੁਹਾਡੇ ਫੀਟਸ ਦੇ ਵਿੱਚ ਹੈ। ਤਾਂ ਇਸ ਨੂੰ ਜਿਹੜੀ ਲਾਈਨ ਹੈਗੀ ਇਸ ਨੂੰ ਐਕਸਪਲੇਨ ਕਰਨਾ ਆਪਾਂ। ਇਟ ਮੀਨਸ ਦੈਟ, ਆਨਸਰ ਕੀ ਇਸ ਦਾ, ਇਟ ਮੀਨਸ ਦੈਟ our soldiers march forward with rhythmical sound। ਜਿਹੜੇ ਹੈਗੇ ਆ ਮੇਰੇ ਦੇਸ਼ ਦੇ ਸੋਲਜਰਸ ਹੈਗੇ ਨੇ ਉਹ ਮਾਰਚ ਕਰਦੇ ਹੋਏ ਅੱਗੇ ਵਧਦੇ ਨੇਗੇ ਕਿਸ ਦੇ ਨਾਲ, ਵਿਦ ਦਾ ਰਿਦਮੈਟੀਕਲ ਸਾਊਂਡ। ਜਿਹੜੀ ਉਹਨਾਂ ਦੀ ਮਤਲਬ ਆਵਾਜ਼ ਹੁੰਦੀ ਆ ਉਹ ਵੀ ਇੱਕ ਰਿਦਮ ਦੇ ਵਿੱਚ, ਇੱਕ ਸੁਰ ਦੇ ਵਿੱਚ ਹੁੰਦੀ ਹੈਗੀ ਹੈ। ਨੈਕਸਟ ਟੋਪਿਕ ਹੈ ਫੋਰਮੇਸ਼ਨ ਆਫ ਐਡਵਰਬਸ। ਹੁਣ ਆਪਾਂ ਲਾਰਜ ਨੰਬਰ ਆਫ ਐਡਵਰਬਸ ਆਰ ਫੋਰਮਡ ਬਾਈ ਐਡਿੰਗ ly ਟੂ ਸਰਟੇਨ ਐਡਜੈਕਟਿਵਸ। ਹੁਣ ਆਪਾਂ ਪਹਿਲਾਂ ਵੀ ਜਿਹੜੇ ਐਡਵਰਬ ਕੀਤੇ ਸੀ ਉਸ ਦੇ ਵਿੱਚ ਆਪਾਂ ਕੀ ਵੇਖਿਆ ਸੀਗਾ ਵੀ ਜਿਹੜੇ ਬਹੁਤ ਸਾਰੇ ਐਡਜੈਕਟਿਵ ਨੇ ਉਹਨਾਂ ਨੂੰ ਐਡਵਰਬ ਬਣਾਉਣ ਦੇ ਲਈ, ਠੀਕ ਹੈ, ਉਹਨਾਂ ਦੇ ਐਡਜੈਕਟਿਵਸ ਦੇ ਪਿੱਛੇ ਕੀ ਲਗਾ ਦਿੱਤਾ ਜਾਂਦਾ ਹੈ, ly। ਐਗਜ਼ਾਮਪਲਸ ਨੇ ਨੀਚੇ ਦਿੱਤੀਆਂ ਹੋਈਆਂ, ਸਟਰੋਂਗ ਸਟਰੋਂਗਲੀ, faithful faithfully, sincere sincerely, quick quickly, slow slowly, neat neatly, bush bushily, happy happily, true truly, serve servely। Next is second part ਦੇ ਵਿੱਚ some adverbs have the same form as the corresponding adjective। for example, ਹੁਣ ਕਈ ਐਡਵਰਬ ਇਸ ਤਰ੍ਹਾਂ ਦੀਆਂ ਹੁੰਦੀਆਂ ਹੈਗੀਆਂ ਜਿਹੜੀਆਂ ਕੀ ਹੈ ਐਡਜੈਕਟਿਵ ਦੇ ਤਰ੍ਹਾਂ ਹੀ ਰਹਿ ਜਾਂਦੀਆਂ ਨੇ। he put in a lot of hard work। ਤੇ ਐਡਵਰਬ ਦੇ ਵਿੱਚ ਵੀ ਉਹ ਸੇਮ ਆ ਰਿਹਾ ਹੈਗਾ, he worked hard। I want a little sugar, please move a little। ਮੈਨੂੰ ਥੋੜ੍ਹੀ ਜਿਹੀ ਸ਼ੂਗਰ ਚਾਹੀਦੀ ਹੈ, ਓਕੇ ਥੋੜ੍ਹਾ ਜਿਹਾ ਮੂਵ ਹੋ ਜਾਓ, ਹਿਲ ਜਾਓ। he has high aims, he aims high in life। ਬਟ ਉਹਨਾਂ ਦੀ ਜਿਹੜੀ ਪਲੇਸ ਹੈਗੀ ਉਹ ਐਡਜੈਕਟਿਵ ਦੇ ਐਡਵਰਬ ਦੀ ਡਿਫਰੈਂਟ ਹੈ। I want an early reply, please reply early। Next is students third point, some adverbs are formed by combining a noun and a qualifying adjective। ਜਿਹੜੇ ਕੁਝ ਐਡਵਰਬਸ ਇਹੋ ਜਿਹੇ ਹੁੰਦੇ ਨੇ ਜਿਹੜੇ ਕੀ ਹੈ ਨਾਊਨ ਅਤੇ ਜਿਹੜਾ ਕੁਆਲੀਫਾਈਂਗ ਐਡਜੈਕਟਿਵ ਹੈਗਾ ਉਹਨੂੰ ਕੰਬਾਈਨ ਕਰਕੇ ਬਣਦੇ ਨੇ। ਫੋਰ ਐਗਜ਼ਾਮਪਲ ਯੈਸਟਰਡੇ, ਯੈਸਟਰਡੇ। ਅਦਰਵਾਈਜ਼ ਕੀ ਹੈ ਅਦਰਵਾਈਜ਼ ਟੂ ਜਿਹੜੇ ਵਰਡਸ ਨੇ ਉਹਨਾਂ ਨੂੰ ਕੰਬਾਈਨ ਕੀਤਾ। ਮੀਨਵਾਈਲ, ਸਮਟਾਈਮਸ। some adverbs are formed by adding a noun to a, b and to etc। for example, ਕੁਝ ਐਡਵਰਬਸ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਨਾਲ ਕੀ ਹੈ ਨਾਊਨ ਦੇ ਨਾਲ a, b ਜਾਂ to ਐਡ ਕੀਤਾ ਜਾਂਦਾ ਹੈਗਾ। ਐਗਜ਼ਾਮਪਲਸ ਨੇ today, abreast, ahead, besides etc। fifth point is some adverbs are formed by combining a or b and an adjective। ਕੁਝ ਐਡਵਰਬਸ ਇਸ ਦੇ ਨੇ ਜਿਨ੍ਹਾਂ ਨੂੰ ਫੋਰਮ ਕੀਤਾ ਜਾਂਦਾ ਕੰਬਾਈਨ ਕਰਕੇ a ਔਰ b ਐਡਜੈਕਟਿਵ ਦੇ ਨਾਲ। ਫੋਰ ਐਗਜ਼ਾਮਪਲ ਅਲਾਊਡ ਦੇ ਵਿੱਚ ਕੀ ਹੈ ਅ ਪਲੱਸ ਲਾਊਡ, ਅਨਿਊ a ਪਲੱਸ ਨਿਊ,
behind, allowed, alone, etc. 6 points. Some adverbs are formed from participles. For example, कुछ adverbs ने ਜਿਹੜੇ participle तो बनते ने ਜਿਹੜੇ participle हो गए उन्होंने तो wittingly, surprisingly, knowingly, ठीक है, knowing plus ly, surprising plus surprise plus witting, etc. Some adverbs are formed in following ways. For example, कुछ adverb ਜਿਹੜੇ ਇਸ ਤਰ੍ਹਾਂ ਨਾਲ ਬਣਾਏ ਜਾਂਦੇ ਨੇ, 1 ਦਾ ਜਿਵੇਂ once, 2 ਦਾ twice, 3 ਨੂੰ thrice, 4 ਨੂੰ fourfold, many ਨੂੰ manifold। ਜਿਹੜੇ ਇਹਨਾਂ ਤੋਂ ਜਿਹੜੇ ਇਹਨਾਂ words ਨੂੰ ਜੇ ਆਪਾਂ adverb ਦੇ ਵਿੱਚ ਚੇਂਜ ਕਰੀਏ ਤਾਂ ਇਸ ਤਰ੍ਹਾਂ ਬਣਾਏ ਜਾਂਦੇ। Next 8 point, there are several adverbs which are used together having been joined together with conjunctions to form adverbial phrases. For example, कुछ adverbs ਹੁੰਦੇ ਨੇ ਜਿਨ੍ਹਾਂ ਨੂੰ ਕੀ ਹੈ ਇਕੱਠਾ ਕੀਤਾ ਜਾਂਦਾ ਹੈਗਾ, together join ਕੀਤਾ ਜਾਂਦਾ ਹੈਗਾ ਕਿਸ ਦੇ ਨਾਲ, with conjunctions ਦੇ ਨਾਲ to form adverbial phrases। ਜਿਹੜੀਆਂ adverb ਦੀਆਂ phrases ਬਣਾਉਣ ਦੇ ਲਈ, adverb ਨੂੰ as a phrase use ਕਰਨ ਦੇ ਲਈ, ਠੀਕ ਹੈ। For example, by and by, ਇਹਦਾ means ਕੀ ਹੁੰਦਾ, within a short period। Again and again, far and wide, first and foremost, to and fro, off and on, occasionally, etc. ਜਿਹੜੇ ਕੁਝ adverbs ਦੇ ਨਾਲ conjunctions ਦਾ use ਕਰਕੇ adverbial phrases ਬਣਾਈਆਂ ਜਾਂਦੀਆਂ ਨੇ। Next is activity 8. Activity 5. Change the following adjectives to adverbs. ਜਿਹੜੇ adjectives ਦਿੱਤੇ ਹੋਏ ਨੇ ਉਹਨਾਂ ਨੂੰ ਆਪਾਂ adverbs ਦੇ ਵਿੱਚ change ਕਰਨਾ ਹੈਗਾ। bad, the adverb ਆਏਗਾ badly, anger, angrily, fast, fastly, bold, boldly, brisk, briskly, meek, meekly, nice, nicely, soft, softly, fair, fairly, clean, cleanly। Next is activity 6. Activity 6 ਦੇ ਵਿੱਚ ਕੀ ਹੈ, in the following sentences same words are used both as an adjective and as an adverb। Next ਕੁਝ sentences ਦਿੱਤੇ ਨੇ ਜਿਨ੍ਹਾਂ ਦੇ ਵਿੱਚ same word use ਕੀਤੇ ਨੇ as an adjective ਤੇ adverb ਦੇ ਵਿੱਚ। Underline the word and write whether it is used as an adjective or an adverb। ਤਾਂ ਆਪਾਂ ਉਹ words ਨੂੰ underline ਕਰਨਾ ਹੈ ਤੇ ਦੱਸਣਾ ਹੈਗਾ ਵੀ ਜਿਹੜੇ ਉਹ words ਨੇ, ਠੀਕ ਹੈ, ਉਹ adjective ਹੈ ਜਾਂ adverb ਹੈਗਾ। First and second is done. First is you gave a beautiful presentation। ਤੇ beautiful ਕੀ ਹੈਗਾ, ਇੱਕ adjective ਹੈ। your work is beautifully presented, beautifully ਆ ਗਿਆ ਤਾਂ ਕੀ ਹੈਗਾ, adverb ਹੈਗਾ। I get a monthly paycheck। ਸੋ monthly ਕੀ ਹੈ, ਇੱਕ ਸੋ ਥਰਡ ਦੇ ਵਿੱਚ ਮੰਥਲੀ ਕੀ ਹੈਗਾ, ਮੰਥਲੀ ਐਜ਼ ਐਨ ਐਡਜੈਕਟਿਵ। ਨੈਕਸਟ ਹੈ ਮਾਈ ਕੰਪਨੀ ਪੇਜ਼ ਮੀ ਮੰਥਲੀ। ਸੋ ਇਹਦੇ 'ਚ ਕੀ ਸੀ, ਮੰਥਲੀ ਚੈੱਕ ਆਏਗਾ, ਠੀਕ ਹੈ। ਇਹਦੇ 'ਚ ਪੇਜ਼ ਮੀ ਮੰਥਲੀ ਹੈ ਤਾਂ ਮੰਥਲੀ ਇਹਦੇ ਵਿੱਚ ਐਜ਼ ਐਨ ਐਡਵਰਬ ਯੂਜ਼ ਕੀਤਾ ਗਿਆ। monthly as an adverb। next is she dressed elegantly। elegantly as an adverb। next is she looks very elegant in suit। ਜਿਹੜਾ एलिगेंट वर्ड है कि एज एन एडवर्ब।
सॉरी एडजेक्टिव। नेक्स्ट, दैट बॉय इज सो लाउड। ਇਹਦੇ 'ਚ ਲਾਊਡ वर्ड है। लाउड की हैगा? लाउड एज एन एडजेक्टिव। द बॉय स्पीक सो लाउडली। लाउडली आ गया। लाउडली की है? एज एन एडवर्ब। ही इज़ अ जेंटल पर्सन। जेंटल एज एन एडजेक्टिव। ही हग मी जेंटली। जेंटली एज एन एडवर्ब। ओके, तो ये आप अंडरलाइन करने से वर्ड्स तो दसना सीगा भी वो एडजेक्टिव वर्ड है या एडवर्ब हैगा। स्टूडेंट, नेक्स्ट एक्टिविटी 8, थिंक ऑफ अ वाइल्ड एनिमल और अ बर्ड दैट यू लाइक। किसी बर्ड, वाइल्ड एनिमल या बर्ड के बारे सोचना जिसमें तुम पसंद करते हो। राइट इट्स डिफरेंट क्वालिटीज़ इन द माइंड मैप गिवन बिलो। अगे माइंड मैप के विच उसदियां डिफरेंट क्वालिटीज़ लिखनियाँ। टेक 2-3 मिनट्स टू डू दिस एक्टिविटी। 2-3 मिनट्स के विच जिहड़ा वर्क हैगा ये करना है। यू कैन यूज़ द फॉलोइंग हिंट्स। नीचे कुछ हिंट्स दिते ने, तुसीं उन्हां नूं यूज़ कर सकते हो। फर्स्ट है काइंड ऑफ अ बर्ड और एनीमल। बर्ड की की काइंड है, एनीमल की जी है काइंड की उन्होंने। इट्स अपीयरेंस एंड साइज़, किस तरह का दिखता। इट्स हैबिटेट, कित्थे रहिंदा। इट्स ईटिंग हैबिट्स, उहदियां ईटिंग हैबिट्स की ने, हर्बीवोर है या कार्नीवोरस है। सम स्पैशल क्वालिटी, उसकी कुछ स्पैशल क्वालिटी। यूजफुलनैस ऑफ द बर्ड, एनीमल बर्ड, तो उसकी की यूजफुल, कादे लिए यूजफुल है। सो आप राइट किया पीकॉक बारे। पीकॉक की एक मीडियम साइज्ड मेल बर्ड है। डांस ग्रेसफुली। एक क्राउन ऑन इट्स हैड, उसके हैड ते क्राउन होंदा है। फ्लाइज बट नॉट वेरी फार, फ्लाइज तो करता है पर ज़्यादा दूर तक नहीं। नेशनल बर्ड ऑफ इंडिया, ओमनीवर्स बर्ड। नेक्स्ट लेटर है राइट ए लेटर टू योर यंगर ब्रदर कॉन्ग्रेचुलेटिंग हिम ऑन हिज ब्रिलियंट सक्सैस। ये लेटर आप ऑलरेडी कर चुके हैं। इसनों तुसी अपनी अफेयर नोटबुक्स से राइट डाउन कर लेना है। नेक्स्ट एक्टिविटी 9, नो यूजिंग द फॉर्मेट ऑफ लेटर राइटिंग गिवन अर्लीयर। जिहड़ा पहला राइटिंग लैटर राइटिंग का फॉर्मेट दिता गया उसनों यूज़ करते हुए। एंड द नोट्स गिवन बाय यू इन द माइंड मैप अबव। तो जिहड़े नोट्स तुसीं माइंड मैप दे विच दिते ने। राइट ए लेटर टू योर फ्रेंड टेलिंग हिम हर ऑल अबाउट द एनीमल बर्ड यू रोट अबाउट। अपने फ्रेंड नूं दसना उस एनीमल बर्ड के बारे जिहड़ा तुसीं जिस दे बारे तुसीं लिखिया है। एट द एंड ऑफ द लेटर you must write to your friend about why human beings should try to protect birds and animal from getting hunted by poachers। तो लेटर के एंड ते तुसी दसना हैगा you must write to your friend, तुसी अपने फ्रेंड नूं जरूर लिखना है about why human beings should try to protect birds and animal, कि जिहड़े ह्यूमन बींग्स नूं उन्हां एनीमल्स ते बर्ड्स नूं प्रोटैक्ट क्यों करना चाहिए। फ्रॉम getting hunted by poachers, ते जिहड़े शिकारियां दा शिकार तो बचाउण दे लई। लेट्स स्टार्ट दिस एक्टिविटी। लेटर राइट करनी है C203 सरदार पटेल मार्ग, सेक्टर 22, चंडीगढ़। डेट राइट करनी है उस तो बाद Feb 2 2022। डियर रौनक। आई एम फाइन एंड होप द सेम फॉर यू। मैं ठीक हाँ तो उम्मीद करता तू भी ठीक होएगा। माई टीचर
gave me an assignment to write about a bird। ਮੇਰੇ ਟੀਚਰ ਨੇ ਮੈਨੂੰ ਇੱਕ ਅਸਾਈਨਮੈਂਟ ਦਿੱਤੀ ਸੀ ਜਿਸ ਦੇ ਬਾਰੇ ਕਿਹਾ ਸੀ, ਇੱਕ ਬਰਡ ਦੇ ਬਾਰੇ 'ਚ ਲਿਖਣ ਲਈ ਕਿਹਾ ਸੀ। ਆਈ ਰੋਟ ਅਬਾਊਟ ਅ ਪੀਕੌਕ, ਜਿਸ ਦੇ ਵਿੱਚ ਮੈਂ ਕਿਸ ਦੇ ਬਾਰੇ ਲਿਖਿਆ, ਇੱਕ ਪੀਕੌਕ ਦੇ ਬਾਰੇ ਲਿਖਿਆ। ਇਟਸ ਅ medium sized male bird। एक मीडियम साइज का मेल बर्ड है। द फीमेल इज कॉल्ड अ पीहन। द फीमेल जिहड़ी फीमेल हुंदी है उसनूं की कहा जाता है, पीहन कहा जाता है। The peacock has a long shiny dark blue neck। जिहड़ी पीकॉक दी हुंदी है शाइनिंग डार्क ब्लू कलर दी नैक हुंदी है, गर्दन हुंदी है। एंड मल्टी कलर फीदर्स, एंड मल्टी कलर्ड फीदर्स। ते जिहड़े उहदे फीदर हुंदे ने, खंभ हुंदे ने, ओह की हुंदे ने मल्टी कलर्स हुंदे ने, बहुत रंगे हुंदे ने। इट हैज़ अ क्राउन ऑन इट्स हैड। इस दे हैड ते क्राउन हुंदा, ताज बनिया हुंदा। इट ईट्स प्लांट्स। की खांदा है? प्लांट्स, सीड्स, ग्रेन्स, insects and snakes। It flies but not very far। ये उड़ता तो है पर ज़्यादा दूरी तक नहीं। It lives in forests। कित्थे रहिंदा? फॉरेस्ट्स दे विच। The peacock is the national bird of India। जिहड़ा पीकॉक है इंडिया दा नेशनल बर्ड है। We should protect it। सानू इसनू की है प्रोटेक्ट करना चाहिए। Killing of this bird should be banned। जिहड़ी इसकी किलिंग, इसनू मारना की है, बैन होना चाहिए। बट इट इज़ अ पिटी दैट, पर एक दया वाली गल है, दैट पोचर्स हंट इट फॉर मनी। कि पोचर्स ने जिहड़े शिकारी ने इन्हां दा मनी दे लई शिकार करते हैं। इट मस्ट बी स्टॉप्ड अदरवाइज। इसनू रोकना चाहिए, नहीं तो की है आवर अर्थ will become a poor place to live in। इसनू रोकना चाहिए, नहीं तो साडी जिहड़ी अर्थ हैगी है पूअर प्लेस बन जाएगी रहने दे लई। यूअर्स सिंसीयरली जसजीत। सो स्टूडेंट जिहड़ी ये लैटर हैगी है इसनू तुसीं अपनी अफेयर नोटबुक्स ते नोट डाउन करना हैगा।
ਤੇ ਜਿਹੜਾ ਵਰਕ ਹੈਗਾ ਗਾ ਉਹ ਤੁਸੀਂ ਮੈਨੂੰ WhatsApp ਗਰੁੱਪ WhatsApp 'ਤੇ ਸੈਂਡ ਕਰਨਾ ਹੈਗਾ ਗਾ। ਥੈਂਕਸ।